ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇੱਕ ਬਹੁਤ ਹੀ ਪਿਆਰਾ ਸ਼ਬਦ ਆ। ਅਸੀਂ ਸਾਰਿਆਂ ਨੇ ਸੁਣਿਆ ਹੋਣਾ ਕਦੀ ਨਾ ਕਦੀ, ਤੇ ਇੱਕ ਗੁਰਸਿੱਖ ਪਿਆਰਿਆਂ ਨੇ, ਭਾਈ ਸਾਹਿਬ ਨੇ ਕਿਹਾ ਸੀਗਾ ਇਹਦੇ ਅਰਥ ਕਰਨ ਲਈ। ਤੇ ਸ਼ੁਰੂਆਤ ਕਰਦੇ ਹਾਂ। ਬਹੁਤ ਹੀ ਸੋਹਣਾ ਸ਼ਬਦ ਆ। ਭਗਤ ਕਬੀਰ ਜੀ ਬੋਲ ਰਹੇ, ਕਹਿੰਦੇ ਸਾਸ ਕੀ ਦੁਖੀ ਸसुर की प्यारी, जेठ के नाम डरों रे, सखी सहेली ननद गहेली, देवर कै बिरह जरों रे, मेरी मत बोरी मैं राम बिसारियो, किन विद रहन रहूं रे, सिजै रमत नैन नहीं पेखूं, ए दुख कासों कहों रे। सो गुरु साहब ना हमेशा ही एग्जाम्पल दे के समझा लेंदे हुंदे। कदी कोई एग्जाम्पल, कदी कोई एग्जाम्पल। ते ये गुरु ही कर सकदा या गुरु दे भगत कर सकदे कि बारी चल रहे वरतारे दे विच किद्दां नाम दे विच ओनू खिच लेना, नाम दे विच परੋ देना हर एक चीज़ नूं। ते इत्थे उस रूह दी गल आउण लगी जिहड़ी जिन्नू ओहदी सस तंग करदी आ, जिन्नू ओहदा सहुरा तंग करदा, ननाण तंग करदी आ। ते किद्दां इस गृहस्थ वाले माहौल चों गुरु साहब ने अंदर दी गल कर दित्ती। बहुत ही प्यारियां तुकां ने, पर ना इनू आपां एक अवस्था दे रूप विच भी कह सकदे हां। अवस्थावां बदलदियां रहिंदियां, या कई वारी जिहड़े भगत आ ओह अपने बारे ही दस रहे हुंदे, कदी अपने पहले जीवन बारे दस रहे हुंदे, ते पहलां की सी हुण की आ, ओह सब दा सुमेल उन्हां ने अखरां दे रूप दे विच अखरी नाम बना के पेश कर दिंदे हुंदे। ते हुण सब दी मत अपनी अपनी आ किद्दां इस नूं लैणा। ते जिन्नी कि गुरु साहब ने सोझी बख्शी आ वो संसार ही कह सकदे आ, उस तो वध ते नहीं कह सकदे। सो प्रवान कर लेना। कहंदे सास की दुखी ससुर की प्यारी। सास क्या आ माया नूं, सास की दुखी माया तंग कर दिया, ससुर की प्यारी। इधरों माया तंग कर रही आ, ते ससुर क्या आ शरीर नूं कि मैनू अपनी देह नाल बहुत प्यार आ। सास की दुखी ससुर की प्यारी, जेठ के नाम डरों रे। देखो थोड़ा जा सिचुएशन नूं समझिए, ये उस रूह दी सिचुएशन की आ। इन्ना पता आ इस सब दे विच, जदों क्या ना दुखी ते डरों रे, इहो ਜਿਹੇ शब्दां नूं आपां ध्यान नाल समझिए ना, ਇੱਥੇ ਉਹਨੂੰ ਇੰਨਾ ਪਤਾ ਹੈ ਕਿ ਇਹ ਮੇਰਾ ਰਸਤਾ ਨਹੀਂ ਆ, ਉਹ ਝੱਲੀ ਨਹੀਂ ਆ। ਉਹਨੂੰ ਪਤਾ ਆ ਕਿ ਮੇਰਾ ਜਨਮ ਗੁਰਮਤ 'ਚ ਰਹਿਣ ਲਈ ਹੋਇਆ, ਇਸ ਲਈ ਦੁਖੀ ਆ ਉਹ। ਨਹੀਂ ਤਾਂ ਦੁਖੀ ਨਹੀਂ ਹੋ ਸਕਦੀ, ਕਦੀ ਵੀ ਨਹੀਂ ਦੁਖੀ ਹੋ ਸਕਦੀ। ਬਾਹਰੀ ਪੱਖੋਂ ਦੁਖੀ ਹੋਣਾ ਹੋਰ ਗੱਲ ਆ, ਉਹ ਜਿਹਨੂੰ ਨਹੀਂ ਪਤਾ ਗੁਰਮਤ ਦਾ ਉਹ ਤਾਂ ਕਰਕੇ ਦੁਖੀ ਆ, ਸੰਸਾਰੀ ਦੁੱਖਾਂ 'ਚ ਦੁਖੀ ਆ। ਪਰ ਜਿਹੜੀ ਰੂਹ ਨੂੰ ਪਤਾ ਹੈ ਨਾ ਕਿ ਉਹ ਕਿਉਂ ਆਈ ਆ, ਉਹਦਾ ਦੁੱਖ ਵੀ ਸੱਚਾ ਆ, ਉਹਦਾ ਦੁੱਖ ਵੀ ਸੱਚਾ ਆ, ਕਿਉਂਕਿ ਉਹਨੂੰ ਪਤਾ ਹੈ ਮੈਂ ਫਸੀ ਆ ਤੇ ਮੈਨੂੰ ਕੱਢ ਗੁਰੂ ਹੀ ਸਕਦਾ। ਉਹ ਗੱਲ ਵੱਖਰੀ, ਉਹਦਾ ਵੱਸ ਨਹੀਂ ਚੱਲਦਾ, ਪਰ ਉਹਦੀਆਂ ਅਰਦਾਸਾਂ 'ਚ, ਉਹਦੀ ਤਾਂਘ ਦੇ ਵਿੱਚ ਗੁਰੂ ਹਮੇਸ਼ਾ ਹੀ ਰਹਿੰਦਾ ਹੈ, ਤੇ ਫਿਰ ਉਹ ਕਦੀ ਕੱਢ ਵੀ ਲੈਂਦਾ ਹੈ। ਸਾਸ ਕੀ ਦੁਖੀ, ਮਾਇਆ ਵੱਲੋਂ ਦੁਖੀ ਆ,
ਵਿਕਾਰੀਆਂ ਵਾਸ਼ਨਾਵਾਂ 'ਚ ਘਿਰੀਆਂ ਸਸੁਰ ਕੀ ਪਿਆਰੀ। ਫਿਰ ਦੂਜੇ ਪਾਸੇ ਉਸ ਚੀਜ਼ 'ਚ ਵੀ ਗਲਤਾਨ ਆ। ਇੱਕ ਹੁੰਦੀ ਆ ਮਾਇਆ ਮਿੱਠੀ ਲੱਗਣੀ, ਖੁਦ ਨੂੰ ਸ਼ਿੰਗਾਰਨਾ ਵਧੀਆ ਲੱਗਦਾ ਆ, ਝੂਠੇ ਰੂਪ ਨੂੰ ਸ਼ਿੰਗਾਰਨਾ ਵਧੀਆ ਲੱਗਦਾ ਆ। ਦੇਹ ਨਾਲ ਜੁੜੀਆਂ ਆਪਣੀ ਦੇਹ ਨਾਲ ਜੁੜੀਆਂ ਮਤਲਬ ਹਉਮੈ ਵਾਸਿਆਂ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋਂ ਰੇ। ਤੇ ਫਿਰ ਮੈਨੂੰ ਮੌਤ ਤੋਂ ਵੀ ਡਰ ਲੱਗਦਾ ਕਿਉਂਕਿ ਜੀਵਨ ਕਮਾਇਆ ਨਹੀਂ। ਵਾਸ਼ਨਾਵਾਂ ਵੀ ਨੇ, ਮਿੱਠੀ ਮਾਇਆ ਵੀ ਆ ਜਿਹੜੀ ਖਿੱਚ ਲੈਂਦੀ ਆ, ਜਿਹੜੀ ਮੈਨੂੰ ਮਿੱਠੀ ਲੱਗਦੀ ਆ। ਪਰ ਦੂਜੇ ਪਾਸੇ ਜੇਠ ਕੇ ਨਾਮ ਡਰੋਂ ਰੇ, ਜਾਣ ਤੋਂ ਡਰ ਵੀ ਲੱਗਦਾ ਹੈ ਕਿਉਂਕਿ ਪੱਲੇ ਕੁਛ ਨਹੀਂ। ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹੈਂ ਜਰੋਰੇ। ਸਖੀ ਸਹੇਲੀ ਹੋਕਾ ਦੇ ਰਹੀ ਹੈ ਕਿ ਹੇ ਸਖੀਓ, ਇਹ ਮੇਰੀ ਸਹੇਲੀਓ। ਨਨਦ ਗਹੇਲੀ, ਨਨਦ ਕਿਹਾ ਇੰਦਰੀਆਂ ਨੂੰ ਕਿ ਮੇਰੀਆਂ ਇੰਦਰੀਆਂ ਦੇ ਉੱਪਰ ਕੰਟਰੋਲ ਨਹੀਂ ਆ। ਮੇਰੀ ਰੂਹ ਮੇਰੀਆਂ ਇੰਦਰੀਆਂ ਦੇ ਵੱਸ 'ਚ ਆ। ਮੇਰੀਆਂ ਅੱਖਾਂ ਮੇਰੇ ਕਹਿਣੇ 'ਚ ਨਹੀਂ, ਮੇਰੇ ਹੱਥ ਮੇਰੇ ਕਹਿਣੇ 'ਚ ਨਹੀਂ, ਮੇਰੇ ਕੰਨ ਮੇਰੇ ਕਹਿਣੇ 'ਚ ਨਹੀਂ, ਮੇਰੀ ਜ਼ੁਬਾਨ ਮੇਰੇ ਕਹਿਣੇ 'ਚ ਨਹੀਂ। ਮੇਰੀ ਜ਼ੁਬਾਨ ਗੁਰੂ ਨੂੰ ਨਹੀਂ ਗਾਉਂਦੀ, ਕੰਨ ਗੁਰੂ ਦੀ ਗੱਲ ਨਹੀਂ ਸੁਣਦੇ, ਕਿਸੇ ਦੀ ਨਿੰਦਿਆ ਸੁਣਦੇ ਆ। ਦੇਵਰ ਕੇ ਬਿਰਹੈਂ ਜਰੋਰੇ, ਚੰਗੇ ਵਿਚਾਰਾਂ ਦੀ ਤਾਂਘ 'ਚ ਆ ਮੈਂ, ਪਰ ਉਹ ਮੈਨੂੰ ਮਿਲ ਨਹੀਂ ਰਹੇ। ਦੇਵਰ ਕਹਿ ਚੰਗੇ ਵਿਚਾਰਾਂ ਨੂੰ, ਚੰਗੀ ਮੱਤ ਨੂੰ, ਗੁਰਮੱਤ ਨੂੰ। ਦੇਵਰ ਕੇ ਬਿਰਹੈਂ ਜਰੋਰੇ, ਚੰਗੇ ਵਿਚਾਰਾਂ ਦੇ ਵਿਛੋੜੇ ਦੇ ਵਿੱਚ ਮੈਂ ਸੜ ਰਹੀ ਹਾਂ। ਮੈਨੂੰ ਮਿਲ ਨਹੀਂ ਰਹੀ ਚੰਗੇ ਵਿਚਾਰ, ਮੇਰਾ ਖੁਦ ਤੇ ਕੰਟਰੋਲ ਨਹੀਂ ਆ। ਸਿਚੁਏਸ਼ਨ ਦੇਖੋ ਕਿੱਦਾਂ ਦੀ ਆ। ਇੰਦਰੀਆਂ ਤੇ ਕੰਟਰੋਲ ਨਹੀਂ, ਵਾਸ਼ਨਾਵਾਂ 'ਚ ਘਿਰੀਆਂ, ਮਾਇਆ ਮਿੱਠੀ ਲੱਗਦੀ ਆ, ਮਰਨ ਤੋਂ ਵੀ ਡਰਦੀ ਆ। ਤਾਂਘ ਜਿਹੜੀ ਆ ਮੇਰੀ ਉਹ ਚੰਗੇ ਵਿਚਾਰਾਂ ਵੱਲ ਆ ਕਿ ਮੈਨੂੰ ਮਿਲਣ, ਪਰ ਉਹ ਉਹਦੇ ਤੋਂ ਵੀ ਸੱਖਣੀ ਆ। ਪਰ ਇਸ ਪੂਰੇ ਚੀਜ਼ ਦੇ ਵਿੱਚ ਨਾ ਇੱਕ ਚੀਜ਼ ਜਿਹੜੀ ਉਹ ਵਧੀਆ ਆ। ਦੇਵਰ ਕੇ ਬਿਰਹੈਂ ਜਰੋਰੇ, ਚੰਗੇ ਵਿਚਾਰਾਂ ਲਈ ਮੈਂ ਸੜ ਰਹੀ ਹਾਂ ਕਿ ਮੈਨੂੰ ਮਿਲਣ, ਪਰ ਮੇਰਾ ਵੱਸ ਨਹੀਂ ਆ। ਵੱਸ ਨਹੀਂ ਆ ਇਸ ਪੱਖੋਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਬੁਰੀ ਹਾਲਤ ਆ, ਪਰ ਉਸ ਬਿਰਹੋਂ 'ਚ ਜਰ ਰਹੀ ਆ, ਸੜ ਰਹੀ ਆ ਕਿ ਮੇਰੇ ਤੋਂ ਹੋ ਨਹੀਂ ਰਿਹਾ, ਪਰ ਕਰਨਾ ਚਾਹੁੰਦੀ ਆ ਨਾ, ਕਰਨਾ ਚਾਹੁੰਦੀ ਆ। ਇਹ ਪਲੱਸ ਪੁਆਇੰਟ ਆ। ਕਈਆਂ ਨੂੰ ਹੁਣ ਪਤਾ ਹੀ ਨਹੀਂ ਹੈ ਕਿ ਅਸੀਂ ਗਲਤ ਰਾਹ 'ਤੇ ਹਾਂ, ਪਤਾ ਹੀ ਨਹੀਂ ਆ। ਕਈ ਜਨਮ ਪਤਾ ਹੀ ਨਹੀਂ ਲੱਗਦਾ, ਇਹਨੂੰ ਪਤਾ ਆ, ਤਾਂ ਕਰਕੇ ਵਧੀਆ ਗੱਲ ਆ। ਮੇਰੀ ਮਤ ਬੋਰੀ ਮੈਂ ਰਾਮ ਬਿਸਾਰਿਓ, ਕਿਨ ਬਿਦ ਰਹਿਨ ਰਹੂੰ ਰੇ। ਸੇਜੈ ਰਮਤ ਨੈਣ ਨਹੀਂ ਪੇਖੂੰ, ਇਹ ਦੁੱਖ ਕਾਸੋਂ ਕਹੂੰ ਰੇ। ਹੁਣ ਕਲਪਦੀ ਆ, ਮੇਰੀ ਮਤ ਬੋਰੀ ਮੈਂ ਰਾਮ ਬਿਸਾਰਿਓ। ਕੁਝ ਗਲਤੀਆਂ ਹਮੇਸ਼ਾ ਹੀ ਅੱਗੇ ਆਉਂਦੀਆਂ ਰਹਿੰਦੀਆਂ। ਮੇਰੀ ਮੱਤ ਬੋਰੀ ਮੈਂ ਰਾਮ ਵਿਸਾਰਿਓ, ਕਹਿੰਦੀ ਮੇਰੀ ਮੱਤ ਜਿਹੜੀ ਆ ਉਹ ਮੈਂ ਮੂਰਖ ਹਾਂ, ਮਾਇਆ ਪਿੱਛੇ ਲੱਗ ਕੇ ਵਾਹਿਗੁਰੂ ਨੂੰ ਵਿਸਾਰਤਾ। ਮੇਰੀ ਮੱਤ ਬੋਰੀ ਮੈਂ ਰਾਮ ਵਿਸਾਰਿਓ, ਪਛਤਾਵਾ ਆ ਅੰਦਰ। ਕਿਨ ਬਿਦ ਰਹਿਣ ਰਹੂੰ ਰੇ, ਹੁਣ ਕਿਵੇਂ ਰਵਾਂ ਮੈਂ ਇਸ ਸੰਸਾਰ ਦੇ ਵਿੱਚ। ਕਿਨ ਬਿਦ ਮਤਲਬ ਕਿੱਦਾਂ, ਹੁਣ ਮੇਰਾ ਆਧਾਰ ਹੀ ਕੀ ਆ, ਕਿੱਦਾਂ ਰਵਾਂ ਮੈਂ ਇਸ ਸੰਸਾਰ ਦੇ ਵਿੱਚ। ਮੈਂ ਆਪਣੇ ਵਾਹਿਗੁਰੂ ਨੂੰ ਹੀ ਵਿਛੋੜਤਾ, ਜਿਹਨੇ ਮੈਨੂੰ ਜਨਮ ਦਿੱਤਾ ਸੀ, ਜਿਹਦੀ ਮੈਂ ਅੰਸ਼ ਹਾਂ, ਮੈਂ ਉਹਨੂੰ ਵਿਸਾਰਿਆ।
सेजै रमत नैन नहीं पेखों, ये दुख कासों कहूँ रे। सेजै रमत मतलब ਜਿਹੜੀ ਇਹ ਮੇਰੀ ਦੇਹ ਆ, ਇਹ ਮਾਇਆ ਦੇ ਵਿੱਚ ਰਮਤ ਆ, ਲੀਨ ਆ। ਮੇਰੀਆਂ ਅੱਖਾਂ ਦੇ ਵਿੱਚ ਉਹ ਦ੍ਰਿਸ਼ਟੀ ਨਹੀਂ ਆ ਜਿਹੜੀ ਵਾਹਿਗੁਰੂ ਨੂੰ ਦੇਖ ਸਕੇ। ਸਿਜੈ ਰਮਤ ਨੈਣ ਨਹੀਂ ਵੇਖੋਂ, ਇਹ ਦੁੱਖ ਕਾਂ ਸੋ ਕਹੋਂ ਰੇ। ਹੁਣ ਮੈਂ ਆਪਣੀ ਮਨ ਦੀ ਦਸ਼ਾ ਕਿਹਨੂੰ ਸੁਣਾਵਾਂ? ਕੌਣ ਹੈ ਮੈਨੂੰ ਸੁਣਨ ਵਾਲਾ? ਅਕਸਰ ਅਸੀਂ ਦੇਖਦੇ ਹਾਂ, ਅਗਰ ਅਸੀਂ ਕਿਸੇ ਨੂੰ ਆਪਣਾ ਦੁੱਖ ਦੱਸ ਦਈਏ ਨਾ, ਆਪਣਾ ਔਗਣ ਦੱਸ ਦਈਏ, ਉਹ ਦੂਰ ਹੋ ਜਾਂਦਾ। ਉਹ ਸਾਨੂੰ ਨੀਵਾਂ ਸਮਝ ਕੇ ਦੂਰ ਹੋ ਜਾਂਦਾ ਕਿ ਇਹ ਤਾਂ ਵਿਕਾਰੀ ਆ, ਕੀ ਲੈਣਾ ਇਹਦੇ ਤੋਂ। ਅਕਸਰ ਦੇਖਿਆ ਜਾਂਦਾ, ਪਰ ਇਹ ਚੀਜ਼ ਗੁਰੂ ਨਹੀਂ ਕਰਦਾ। ਗੁਰੂ ਨੂੰ ਆਪਣੇ ਔਗਣ ਦੱਸ ਦਿਓ, 1 ਸੈਕਿੰਡ ਨਹੀਂ ਲਾਉਂਦਾ ਉਹ ਕੋਲ ਰੱਖਣ ਲੱਗਿਆ। ਤੇ ਜੇ ਉਹੀ ਤੁਸੀਂ ਆਪਣੇ ਔਗਣ ਕਿਸੇ ਨੂੰ ਦੱਸ ਦਿਓ, ਉਹ ਤੁਹਾਡੇ ਤੋਂ ਦੂਰ ਹੋ ਜਾਊਗਾ। ਇਹ ਫਰਕ ਆ ਗੁਰੂ 'ਚ ਤੇ ਲੋਕਾਂ 'ਚ। ਇਹ ਦੁੱਖ ਕਾਂਸੋਂ ਕਹੋਂ ਰੇ, ਬਾਪ ਸਾਵਕਾ ਕਰੈ ਲੜਾਈ, ਮਾਇਆ ਸਦ ਮਤਵਾਰੀ। ਬੜੇ ਭਾਈ ਕੇ ਜਬ ਸੰਗ ਹੋਤੀ, ਤਬ ਹੋ ਨਾ ਪਿਆਰੀ। ਕਹਿੰਦੀ ਬਾਪ ਸਾਵਕਾ ਕਰੈ ਲੜਾਈ। ਇਹ ਸਰੀਰ ਜਿਹੜਾ ਆ, ਇਹ ਮੇਰੇ ਤੋਂ ਵਾਸ਼ਨਾਵਾਂ ਦੀ ਮੰਗ ਕਰਦਾ ਹੈ। ਇਹ ਆਪਣੀਆਂ ਨਿੱਜੀ ਲੋੜਾਂ ਦੇ ਵਿੱਚ ਮੈਨੂੰ ਖਿੱਚੀ ਰੱਖਦਾ। ਬਾਪ ਸਾਵਕਾ ਕਰੈ ਲੜਾਈ, ਮਾਇਆ ਸਦ ਮਤਵਾਰੀ। ਮੈਨੂੰ ਪਾਗਲ ਕਰ ਰੱਖਿਆ ਇਹਨੇ, ਝੱਲੀ ਕਰ ਰੱਖਿਆ। ਹਰ ਚੀਜ਼ ਮੇਰੀ ਸੋਚ ਦੇ ਵਿੱਚ ਵੀ ਦੇਹਕ ਰੂਪ ਆ, ਰੂਹਕ ਰੂਪ ਨਹੀਂ ਆ। ਮੇਰੀ ਹਰ ਤ੍ਰਿਸ਼ਨਾ ਦੇ ਵਿੱਚ, ਵਾਸ਼ਨਾਵਾਂ ਦੇ ਵਿੱਚ ਦੇਹਕ ਸਰੂਪ ਆ। ਉਹਦਾ ਆਧਾਰ ਜਿਹੜਾ ਹੈ ਉਹ ਦੇਹ ਕਰਕੇ ਆ। ਨਾਸ਼ਵਾਨ ਚੀਜ਼ਾਂ ਦੇ ਵਿੱਚ ਮੇਰਾ ਧਿਆਨ ਆ। ਵੱਡਾ ਭਾਈ ਕਹਿ ਜਬ ਸੰਗ ਹੋਤੀ, ਤਬ ਹੋ ਨਾ ਪਿਆਰੀ। ਵੱਡਾ ਭਾਈ ਕੌਣ ਆ? ਗਿਆਨ। ਕਹਿੰਦੀ ਜਦੋਂ ਮੈਂ ਗਿਆਨ ਦੇ ਨਾਲ ਆਪਣੀ ਰੂਹ ਨੂੰ ਸ਼ਿੰਗਾਰਦੀ ਹਾਂ। ਅਸੀਂ ਦੇਖਦੇ ਹਾਂ ਨਾ, ਕਦੀ ਕਦੀ ਬਹੁਤ ਦਿਨ ਸਾਡੇ ਵਿਕਾਰਾਂ 'ਚ ਲੰਘਦੇ। ਸ਼ੁਰੂਆਤ 'ਚ ਇੱਦਾਂ ਹੁੰਦਾ ਤੇ ਬਹੁਤ ਦਿਨ ਲੰਘਦੇ ਵਿਕਾਰਾਂ 'ਚ, ਪਰ ਕੋਈ ਇੱਕ ਦਿਨ, ਕੋਈ ਇੱਕ ਸਮਾਂ ਆ ਜਾਂਦਾ ਜਦੋਂ ਸਾਡਾ ਧਿਆਨ ਗੁਰੂ ਵੱਲ ਹੀ ਰਹਿਣਾ ਸ਼ੁਰੂ ਹੋ ਜਾਂਦਾ। ਚਾਹੇ 1 ਦਿਨ ਲਈ ਰਵੇ, 1 ਘੰਟੇ ਲਈ ਰਵੇ। ਇੱਥੇ ਵੀ ਉਹੀ ਬੋਲ ਰਹੀ, ਕਹਿੰਦੀ ਵੱਡਾ ਭਾਈ ਕੇ ਜਬ ਸੰਗ ਹੋਤੀ, ਤਬ ਹੋ ਨਾ ਪਿਆਰੀ। ਜਦੋਂ ਮੇਰੇ ਅੰਦਰ ਗੁਰੂ ਦਾ ਗਿਆਨ ਚੱਲਦਾ ਹੈ, ਚੰਗੇ ਵਿਚਾਰ ਚੱਲਦੇ ਆ, ਜਦੋਂ ਇਹ ਮੇਰੀ ਰੂਹ ਗਿਆਨ ਦੇ ਨਾਲ ਸ਼ਿੰਗਾਰੀ ਹੁੰਦੀ ਆ, ਗਿਆਨ ਦੀਆਂ ਗੱਲਾਂ 'ਚ, ਗੁਰੂ ਦੀਆਂ ਗੱਲਾਂ 'ਚ ਰਹਿੰਦੀ ਆ, ਉਦੋਂ ਮੈਂ ਵਾਹਿਗੁਰੂ ਨੂੰ ਬਹੁਤ ਚੰਗੀ ਲੱਗਦੀ ਹਾਂ। ਤਬ ਹੋ ਨਾ ਪਿਆਰੀ, ਉਦੋਂ ਫਿਰ ਮੈਂ ਲਾਇਕ ਬੱਚੀ ਬਣ ਜਾਂਦੀ ਹਾਂ। ਜਦੋਂ ਨਾਮ ਦੇ ਵਿੱਚ ਰਹਿੰਦੀ ਹਾਂ, ਉਦੋਂ ਮੇਰਾ ਹਿਰਦਾ ਹੀ ਬਦਲ ਜਾਂਦਾ, ਸੱਚਾ ਸੁੱਚਾ ਹੋ ਜਾਂਦਾ। ਤਬ ਹੋ ਨਾ ਪਿਆਰੀ, ਸੋਹਣੀ ਹੋ ਜਾਂਦੀ ਹੈ ਅੰਦਰੋਂ। ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ। ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਕਬੀਰ ਸਾਹਿਬ ਕਹਿ ਰਹੇ, ਹੁਣ ਨਾਲ ਉਹ ਨਾ, ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਉਹ ਆਪਣੀ ਅਵਸਥਾ ਬਿਆਨ ਕਰ ਰਹੇ, ਜਾਂ ਫਿਰ ਤੁਸੀਂ ਇਹ ਵੀ ਸੋਚ ਸਕਦੇ ਹੋ ਕਿ ਉਹਨਾਂ ਦੀ ਅੱਖ ਜਿਹੜੀ ਆ ਨਾ, ਉਹਨਾਂ ਦੀ ਰੂਹ ਜਿਹੜੀ ਆ, ਉਹ ਇਸ ਦੁਨੀਆ ਦੇ ਵਿੱਚ ਚੱਲ ਰਹੇ ਵਰਤਾਰੇ ਨੂੰ ਦੇਖ ਕੇ ਉਹਨਾਂ ਦੇ ਵੱਲੋਂ ਬੋਲ ਰਹੀ। ਇਹ ਜਿਹੜੀ ਕਹਿ ਰਹੀ ਹੈ ਨਾ ਕਿ ਮੇਰੀ ਮੱਤ ਬੋਰੀ ਮੈਂ ਰਾਮ ਵਿਸਾਰਿਓ, ਤੁਸੀਂ ਇਹਨੂੰ ਇੱਦਾਂ ਵੀ ਲੈ ਸਕਦੇ ਹੋ ਕਿ ਕਬੀਰ ਸਾਹਿਬ ਦੀ ਅੱਖ ਜਿਹੜੀ ਹੈ ਨਾ,
ਉਹ ਇਸ ਦੁਨਿਆਵੀ ਵਰਤਾਰੇ ਦਾ ਆਗੂ ਬਣ ਕੇ ਬੋਲ ਰਹੀ। ਤੇ ਉਦੋਂ ਉਹ ਆਗੂ ਬਣ ਕੇ ਬੋਲ ਰਹੀ ਸੀ, ਉਹਨਾਂ ਦੇ ਵਿੱਚ ਇੱਕਮਿਕ ਹੋ ਕੇ ਬੋਲ ਰਹੀ ਸੀ। ਇਸ ਦੁਨੀਆ ਦੀ ਆਵਾਜ਼ ਸੀ ਉਹ, ਜਿਹੜੀ ਕਹਿ ਰਹੀ ਸੀ ਕਿ ਮੇਰੀ ਮੱਤ ਬੋਰੀ ਮੈਂ ਰਾਮ ਵਿਸਾਰਿਓ। ਤੇ ਇੱਥੇ ਉਹ ਦ੍ਰਿਸ਼ਟੀ ਹੁਣ ਬਾਹਰ ਆ ਕੇ ਖੁਦ ਵੱਲ ਆ ਗਈ। ਤੇ ਇੱਥੇ ਹੁਣ ਉਹਨਾਂ ਨੂੰ ਸਾਰਾ ਸੰਸਾਰ ਦੁਖੀ ਲੱਗ ਰਿਹਾ। ਇੱਥੇ ਹੁਣ ਉਹ ਬਾਹਰ ਆ ਕੇ ਦੇਖ ਰਹੀ, ਗੁਰੂ ਦੀ ਗੋਦ 'ਚ ਬੈਠ ਕੇ ਦੇਖ ਰਹੀ ਕਿ ਬਾਹਰ ਕੀ ਚੱਲ ਰਿਹਾ। ਉਦੋਂ ਉਹ ਸੰਸਾਰਿਕ ਰੂਪ ਹੋ ਕੇ ਬਿਆਨ ਕਰ ਰਹੀ ਸੀ, ਤੇ ਇਸ ਟਾਈਮ ਗੁਰੂ ਦੀ ਗੋਦ 'ਚ ਬੈਠ ਕੇ ਦੇਖ ਰਹੀ, ਇਸ ਪੂਰੇ ਵਰਤਾਰੇ ਤੋਂ ਬਾਹਰ ਹੋ ਕੇ ਦੇਖ ਰਹੀ। ਤੇ ਉਦੋਂ ਉਹ ਕੀ ਕਹਿ ਰਹੀ, ਫਿਰ ਗੁਰੂ ਭਗਤ ਕਬੀਰ ਜੀ ਆਖਰੀ ਪੜਾਅ ਤੇ ਆ ਗਏ, ਜਿੱਥੇ ਉਹਨਾਂ ਨੇ 2 ਲਾਈਨਾਂ ਹੋਰ ਕਹੀਆਂ। ਉਹ ਕਹਿੰਦੇ, ਕਹਿਤ ਕਬੀਰ ਪੰਚ ਕੋ ਝਗੜਾ, ਵੀ ਇਹ ਸਾਰਾ ਦ੍ਰਿਸ਼ਟਾਂਤ ਜੋ ਚੱਲ ਰਿਹਾ ਹੈ, ਇਹ ਸਭ ਇਹਨਾਂ 5 ਚੋਰਾਂ ਦੇ ਉੱਪਰ ਹੀ ਇਹ ਸਾਰੀ ਦੁਨੀਆ ਜਿਹੜੀ ਉਹ ਟਿਕੀ ਹੋਈ ਹੈ। ਹਰ ਕੋਈ ਇਸੇ ਝਗੜੇ 'ਚ ਹੀ ਗਲਤਾਨ ਆ। ਕਹਿਤ ਕਬੀਰ ਪੰਚ ਕੋ ਝਗੜਾ, ਝਗਰਤ ਜਨਮ ਗਵਾਇਆ। ਇਸ 5 ਚੋਰਾਂ ਦੇ ਚੱਲ ਰਹੇ ਵਰਤਾਰੇ ਵਿੱਚ ਹੀ ਅਸੀਂ ਆਪਣਾ ਜੀਵਨ ਜਿਹੜਾ ਆ ਉਹ ਖਰਾਬ ਕਰ ਲੈਂਦੇ ਹਾਂ। ਫਿਰ ਕਹਿੰਦੇ, ਝੂਠੀ ਮਾਇਆ ਸਭ ਜਗ ਵਾਧਿਆ। ਇਸ ਝੂਠੀ ਮਾਇਆ ਨੇ ਸਾਰੇ ਜਗਤ ਨੂੰ ਬੰਨ੍ਹ ਕੇ ਰੱਖਿਆ ਹੋਇਆ। ਪਰ ਭਗਤ ਕਬੀਰ ਜੀ ਕਹਿੰਦੇ, ਮੈਂ ਰਾਮ ਰਮਤ ਸੁਖ ਪਾਇਆ। ਪਰ ਮੇਰਾ ਹਿਰਦਾ ਉਸ ਵਾਹਿਗੁਰੂ ਦੇ ਨਾਲ ਇੱਕਮਿਕ ਆ। ਉਹਨੂੰ ਜਪਣ ਕਰਕੇ ਮੈਂ ਸਾਰੇ ਵਰਤਾਰੇ 'ਚੋਂ ਬਾਹਰ ਆ। ਮੈਂ ਰਾਮ ਰਮਤ ਸੁਖ ਪਾਇਆ। ਮੇਰੇ ਹਿਰਦੇ 'ਚ ਉਹਦਾ ਨਾਮ ਚੱਲਦਾ ਹੈ, ਜਿਹਦੇ ਫਲਸਰੂਪ ਮੈਂ ਇਸ ਸਾਰੇ ਵਰਤਾਰੇ 'ਚੋਂ ਬਾਹਰ ਆ। ਤੇ ਜਿਹੜਾ ਇਸ ਸਾਰੇ ਵਰਤਾਰੇ 'ਚੋਂ ਬਾਹਰ ਆ, ਉਹ ਵਾਹਿਗੁਰੂ ਦਾ ਰੂਪ ਹੋ ਜਾਂਦਾ। ਉਹਦਾ ਮਤਲਬ ਹੀ ਇਹੋ ਆ ਕਿ ਉਹ ਵਾਹਿਗੁਰੂ ਦਾ ਰੂਪ ਹੋ ਚੁੱਕਿਆ। ਜਿਹੜਾ ਅਜੇ ਨਹੀਂ ਹੋਇਆ, ਉਹ ਇਹਦੇ ਵਿੱਚ ਗਲਤਾਨ ਆ। ਜਿਹੜਾ ਹੋ ਗਿਆ, ਉਹ ਇਸ ਤੋਂ ਬਾਹਰ ਨਿਕਲ ਜਾਂਦਾ। ਉਹ ਫਿਰ ਗੁਰੂ ਦੀ ਗੋਦ 'ਚ ਬੈਠ ਕੇ ਇਸ ਪੂਰੇ ਵਰਤਾਰੇ ਨੂੰ ਦੇਖਦਾ, ਜਿੱਦਾਂ ਭਗਤ ਕਬੀਰ ਜੀ ਦੇਖ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।